ਏਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਕਿਰਪਾ ਕਰੀਜੈ ਮਾਨਸ ਊਪਰ, ਸੋ ਨਹੀਂ ਬਾਹਰ ਢੂੰਡਣ ਜਾਏ। ਆਪਣਾ ਆਪ ਬਿਦਾਰ ਲਿਓ ਜਬ, ਨਾਵਣ ਕੰਦਰ ਅੰਦਰ ਧਾਏ। ਪ੍ਰੀਤਮਾ ਪੂਜ ਨ ਪਾਠ ਕਰੇ, ਨਹੀਂ ਮੰਦਰ ਅੰਦਰ ਘੰਟ ਬਜਾਏ। ਦਾਸ ਭਗਵਾਨ ਵਿਗਿਆਨ ਪਦਾਰਥ, ਨਿਰਮਲ ਜੋਤ ਆਬੀਚ ਜਗਾਏ। ਮਾਰਗ ਪਾਏ ਲਿਓ ਜਬ ਹੈ ਤਬ, ਦੇਸ ਦਿਸਾਨ ਨਾ ਢੂੰਡਣ ਧਾਏ। ਤੀਰਥ ਵਰਤ ਨ ਨੇਮ ਕਰੇ, ਨਹੀਂ ਪੂਜ ਪਖਾਨ ਧਿਆਨ ਲਗਾਏ। ਚੂਲਾ ਚੁਲਾਏ ਨਾ ਠਾੜ ਬयो, ਹਠ ਕਰਮ ਕੀਏ ਨਹੀਂ ਕਰਮ ਕਮਾਏ। ਦਾਸ ਭਗਵਾਨ ਨਦਾਨ ਨਾ ਉਰਨ, ਪੂਰਨ ਗਿਆਨ ਹੈ ਜੋਤ ਜਗਾਏ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਪਰਮੇਸ਼ਵਰ ਸ਼੍ਰੀ ਨਾਮ ਕਮਲਾਇਆ ਸਾਹਿਬ ਜੀ ਆਪਣੀ ਇਸ ਪਵਿੱਤਰ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਜਦੋਂ ਕਿਸੇ ਮਨੁੱਖ ਉੱਪਰ ਪਰਮੇਸ਼ਵਰ ਦੀ ਦ੍ਰਿਸ਼ਟੀ ਹੁੰਦੀ ਹੈ, ਪਰਮੇਸ਼ਵਰ ਕਿਰਪਾ ਕਰਦਾ ਹੈ, ਤਾਂ ਉਸ ਨੂੰ ਇੱਕ ਉੱਚ ਕੋਟੀ ਦੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਉਸ ਉੱਚ ਕੋਟੀ ਦੇ ਗੁਰੂ ਦੀ ਸ਼ੁਭ ਦ੍ਰਿਸ਼ਟੀ ਕਿਸੇ ਮਨੁੱਖ ਤੇ ਪੈਂਦੀ ਹੈ, ਤਾਂ ਫਿਰ ਉਸ ਨੂੰ ਉਸ ਪਰਮਾਤਮਾ ਤੱਕ ਪਹੁੰਚਣ ਦਾ ਸਹੀ ਮਾਰਗ ਮਿਲਦਾ ਹੈ। ਭਾਵ ਫਿਰ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਕਿਸ ਤਰ੍ਹਾਂ ਖੋਜਣਾ ਹੈ, ਉਸ ਸੱਚ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ। ਫਿਰ ਉਹ ਜੰਗਲਾਂ ਪਹਾੜਾਂ ਵਿੱਚ ਨਹੀਂ ਭਟਕਦਾ, ਕਿਉਂਕਿ ਜੰਗਲਾਂ ਜਾਂ ਬਿਆਵਾਨ ਸਥਾਨਾਂ 'ਤੇ ਜਾਣ ਨਾਲ ਉਸ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ। ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਮਨੁੱਖ ਨੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਸੀ, ਤਾਂ ਉਹ ਜੰਗਲ ਜਾਂ ਇਕਾਂਤ ਥਾਵਾਂ 'ਤੇ ਜਾ ਕੇ ਕਿਸੇ ਯੋਗ ਗੁਰੂ ਦੀ ਭਾਲ ਕਰਦੇ ਸਨ, ਕਿਉਂਕਿ ਜੋ ਲੋਕ ਉਸ ਪਰਲੋਕ ਦੇ ਸੁੱਖਾਂ ਨੂੰ ਦੇਖ ਲੈਂਦੇ ਹਨ, ਫਿਰ ਉਹਨਾਂ ਨੂੰ ਦੁਨਿਆਵੀ ਸੱਚਾਈ ਦਾ ਗਿਆਨ ਹੋ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਅੰਦਰ ਉਸ ਪਰਮੇਸ਼ਵਰ ਨੂੰ ਮਿਲਣ ਦੀ ਤੀਵਰ ਚਾਹ ਹੁੰਦੀ ਹੈ, ਉਹ ਸੰਸਾਰ ਨੂੰ ਤਿਆਗ ਕੇ ਇਕਾਂਤ ਵਿੱਚ ਉਸ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਨ। ਭੁੱਖ ਪਿਆਸ, ਗਰਮੀ ਸਰਦੀ ਦੇ ਦੁੱਖਾਂ ਦਾ ਭੈ ਵੀ ਉਹਨਾਂ ਨੂੰ ਡਰਾ ਨਹੀਂ ਸਕਦਾ, ਸਗੋਂ ਉਹਨਾਂ ਦਾ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਜਾਂਦਾ ਹੈ ਕਿ ਇਸ ਇਕਾਂਤ ਥਾਂ 'ਤੇ ਵੀ, ਜਿੱਥੇ ਮਨੁੱਖਾਂ ਦਾ ਨਾਮੋ ਨਿਸ਼ਾਨ ਨਹੀਂ ਹੈ, ਉੱਥੇ ਵੀ ਪਰਮੇਸ਼ਵਰ ਉਹਨਾਂ ਦੀ ਰੱਖਿਆ ਕਰਦਾ ਹੈ। ਉਸ ਪਰਮੇਸ਼ਵਰ ਦੇ ਨਾਮ ਵਿੱਚ ਅਜਿਹੀ ਤਾਕਤ ਹੈ ਕਿ ਉਹ ਜੰਗਲੀ ਜੀਵਾਂ ਨੂੰ ਵੀ ਪ੍ਰਭੂ ਦਾ ਨਾਮ ਜਪਣ ਵਾਲਿਆਂ ਦੇ ਅੱਗੇ ਝੁਕਾ ਦਿੰਦੇ ਹੈ। ਮਹਾਰਾਜ ਇਸ ਤਰ੍ਹਾਂ ਜੰਗਲਾਂ ਵਿੱਚ ਜਾ ਕੇ ਭਗਤੀ ਕਰਨ ਵਾਲਿਆਂ ਦਾ ਰਾਜ ਸਾਨੂੰ ਸਮਝਾਉਂਦੇ ਹਨ। ਮਹਾਰਾਜ ਬਚਨ ਕਰਦੇ ਹਨ ਕਿ ਜਿਨ੍ਹਾਂ ਉੱਪਰ ਗੁਰੂ ਮਿਹਰ ਕਰਦਾ ਹੈ, ਫਿਰ ਉਹ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਨੂੰ ਢਾਲ ਕੇ ਉਸ ਪਰਮੇਸ਼ਵਰ ਤੱਕ ਪਹੁੰਚਣ ਦਾ ਯਤਨ ਕਰਦੇ ਹਨ। ਫਿਰ ਉਹ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਦੇ ਤੇ ਨਾ ਹੀ ਕੋਈ ਵਿਸ਼ੇਸ਼ ਵਿਧੀ ਨਾਲ ਕੋਈ ਪਾਠ ਹੀ ਕਰਦੇ ਹਨ, ਅਤੇ ਨਾ ਹੀ ਮੰਦਰਾਂ ਅੰਦਰ ਜਾਂ ਕਿਸੇ ਹੋਰ ਸਥਾਨ 'ਤੇ ਜਾ ਕੇ ਘੰਟੀਆਂ ਆਦਿ ਵਜਾ ਕੇ ਕੋਈ ਕਰਮ ਕਾਂਡ ਕਰਦੇ ਹਨ। ਮਹਾਰਾਜ ਫਰਮਾਉਂਦੇ ਹਨ ਕਿ ਬੇਸ਼ੱਕ ਮੂਰਤੀਆਂ ਨੂੰ ਪੂਜਣ ਨਾਲ ਪਰਮਾਤਮਾ ਨਹੀਂ ਮਿਲਦਾ, ਪਰੰਤੂ ਇਹ ਇੱਕ ਵਿਗਿਆਨ ਹੈ, ਇਹ ਇੱਕ ਤਰੀਕਾ ਹੈ ਉਸ ਪਰਮੇਸ਼ਵਰ ਤੱਕ ਪਹੁੰਚਣ ਦਾ। ਜੋ ਗੁਰੂ ਇਹ ਮਿਹਰ ਕਰਦਾ ਹੈ ਤੇ ਮਿਹਰ ਕਰਕੇ ਇਹ ਗਿਆਨ ਦਿੰਦਾ ਹੈ ਕਿ ਇਸ ਰਸਤੇ ਵਿੱਚੋਂ ਚੱਲ ਕੇ ਕਿਸ ਤਰ੍ਹਾਂ ਉਸ ਪਰਮੇਸ਼ਵਰ ਤੱਕ ਪਹੁੰਚਣਾ ਹੈ। ਜਦੋਂ ਮਨੁੱਖ ਨੂੰ ਸਹੀ ਮਾਰਗ ਦਾ ਗਿਆਨ ਹੋ ਜਾਂਦਾ ਹੈ, ਤਾਂ ਉਹ ਫਿਰ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ, ਭਾਵ ਕਦੀ ਮੰਦਰਾਂ ਵਿੱਚ, ਕਦੀ ਗੁਰਦੁਆਰਿਆਂ ਵਿੱਚ, ਜਾਂ ਕਦੀ ਕਿਸੇ ਹੋਰ ਸਥਾਨਾਂ 'ਤੇ ਜਾ ਕੇ
ਉਸ ਪਰਮਾਤਮਾ ਨੂੰ ਲੱਭਣ ਦਾ ਯਤਨ ਨਹੀਂ ਕਰਦਾ, ਫਿਰ ਉਹ ਅਲੱਗ ਤਰ੍ਹਾਂ ਦੇ ਕਰਮ ਕਾਂਡ ਵੀ ਨਹੀਂ ਕਰਦਾ। ਭਾਵ ਸਭ ਤਰ੍ਹਾਂ ਦੇ ਕਰਮ ਕਾਂਡ ਉਸ ਪਰਮੇਸ਼ਵਰ ਨੂੰ ਲੱਭਣ ਦੀਆਂ ਵਿਧੀਆਂ ਹਨ ਤੇ ਤੀਰਥਾਂ ਤੇ ਜਾਂ ਕਿਸੇ ਹੋਰ ਧਾਰਮਿਕ ਸਥਾਨਾਂ ਤੇ ਜਾਣ ਨਾਲ ਵੀ ਗੱਲ ਖਤਮ ਨਹੀਂ ਹੁੰਦੀ, ਸਗੋਂ ਉੱਥੇ ਜਾ ਕੇ ਗੱਲ ਸ਼ੁਰੂ ਹੁੰਦੀ ਹੈ। ਭਾਵ ਜਿਸ ਤਰ੍ਹਾਂ ਕਿਸੇ ਵਿਅਕਤੀ ਨੇ ਜੇ ਕਿਤੇ ਵਿਦੇਸ਼ੀ ਧਰਤੀ ਤੇ ਜਾਣਾ ਹੋਵੇ ਤੇ ਉਹ ਉਸ ਦੇਸ਼ ਦਾ ਨਕਸ਼ਾ ਦੇਖ ਲਵੇ ਅਤੇ ਦੇਖ ਕੇ ਇਹ ਸਮਝ ਲਵੇ ਕਿ ਮੈਂ ਉੱਥੇ ਪਹੁੰਚ ਗਿਆ ਹਾਂ, ਤਾਂ ਇਹ ਉਸ ਦਾ ਭਰਮ ਹੈ। ਅਗਰ ਉਸਨੇ ਕਿਸੇ ਵਿਦੇਸ਼ੀ ਧਰਤੀ ਤੇ ਜਾਣਾ ਹੈ, ਜਿੱਥੇ ਉਹ ਜਾਣਾ ਚਾਹੁੰਦਾ ਹੈ, ਉੱਥੇ ਜਾਣ ਲਈ ਉਸਨੂੰ ਉਪਰਾਲਾ ਕਰਨਾ ਪਵੇਗਾ। ਜਦੋਂ ਤੱਕ ਉਸਨੂੰ ਸਹੀ ਮਾਰਗ ਪਤਾ ਨਹੀਂ ਚੱਲਦਾ, ਸਹੀ ਵਿਧੀ ਉੱਥੇ ਪਹੁੰਚਣ ਦੀ ਪਤਾ ਨਹੀਂ ਚੱਲਦੀ, ਉਦੋਂ ਤੱਕ ਉੱਥੇ ਤੱਕ ਉਹ ਪਹੁੰਚ ਨਹੀਂ ਸਕਦਾ। ਇਸੇ ਤਰ੍ਹਾਂ ਠੀਕ ਜੇ ਅਸੀਂ ਉਸ ਪਰਮਾਤਮਾ ਤੱਕ ਪਹੁੰਚਣਾ ਹੈ ਤਾਂ ਕੇਵਲ ਧਾਰਮਿਕ ਸਥਾਨਾਂ ਤੋਂ ਸਹੀ ਮਾਰਗ ਲੈ ਕੇ ਉਹ ਵਿਧੀ ਪ੍ਰਾਪਤ ਕਰਕੇ ਉਸ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਪ੍ਰਾਪਤ ਕਰਨਾ ਹੈ। ਭਾਵ ਕਿਸੇ ਯੋਗ ਤ੍ਰਿਕਾਲਦਰਸ਼ੀ ਗੁਰੂ ਦੀ ਕਿਰਪਾ ਹਾਸਲ ਕਰਕੇ ਉਸ ਮਾਲਕ ਤੱਕ ਪਹੁੰਚਣ ਦਾ ਯਤਨ ਕਰਨਾ ਹੈ। ਇਸ ਨਾਲ ਸੰਬੰਧਿਤ ਮੈਨੂੰ ਇੱਕ ਘਟਨਾ ਯਾਦ ਆ ਰਹੀ ਹੈ। ਸਾਡੇ ਦੇਸ਼ ਵਿੱਚ ਅੰਦਰ ਇੱਕ ਮਹਾਨ ਸੰਤ ਹੋਏ ਹਨ ਸਵਾਮੀ ਵਿਵੇਕਾਨੰਦ ਜੀ। ਜਦੋਂ ਸਵਾਮੀ ਵਿਵੇਕਾਨੰਦ ਜੀ ਦੇ ਅੰਦਰ ਉਸ ਪਰਮੇਸ਼ਵਰ ਨੂੰ ਪ੍ਰਾਪਤ ਕਰਨ ਦੀ ਤਾਂਘ ਉਤਪੰਨ ਹੋਈ ਤਾਂ ਉਹਨਾਂ ਨੇ ਯੋਗ ਗੁਰੂ ਦੀ ਭਾਲ ਸ਼ੁਰੂ ਕੀਤੀ। ਸਵਾਮੀ ਜੀ ਨਾਲ ਪੜ੍ਹਨ ਵਾਲੇ ਲੜਕੇ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਕੋਲ ਜਾਇਆ ਕਰਦੇ ਸਨ। ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਨੂੰ ਲੋਕ ਕੁਝ ਦਿਮਾਗੀ ਤੌਰ ਤੇ ਠੀਕ ਨਹੀਂ ਸਮਝਦੇ ਸਨ, ਕਿਉਂਕਿ ਉਹ ਕੁਝ ਮਸਤ ਪ੍ਰਵਿਰਤੀ ਦੇ ਸਨ ਅਤੇ ਜ਼ਿਆਦਾ ਕਿਸੇ ਨਾਲ ਮਿਲਦੇ ਜੁਲਦੇ ਵੀ ਨਹੀਂ ਸਨ ਅਤੇ ਗੱਲ ਵੀ ਕਿਸੇ ਨਾਲ ਘੱਟ ਵੱਧ ਹੀ ਕਰਦੇ ਸਨ। ਤੇ ਕਿਸੇ ਨੂੰ ਅਗਰ ਕੋਈ ਗੱਲ ਕਹਿ ਵੀ ਦਿੰਦੇ ਸਨ ਤਾਂ ਆਮ ਲੋਕਾਂ ਨੂੰ ਉਸ ਦੀ ਸਮਝ ਨਹੀਂ ਆਉਂਦੀ ਸੀ। ਕਈ ਬੰਦਿਆਂ ਨੂੰ ਤਾਂ ਉਹਨਾਂ ਦੀ ਗੱਲ ਕਈ ਸਾਲਾਂ ਬਾਅਦ ਸਮਝ ਆਉਂਦੀ ਸੀ। ਮਹਾਰਾਜ ਨਾਭ ਕੌਰ ਰਾਜਾ ਸਾਹਿਬ ਵੀ ਫਰਮਾਉਂਦੇ ਹਨ ਕਿ ਕਿਸੇ ਫਕੀਰ ਦੀ ਗੱਲ ਸਮਝਣ ਲਈ ਦਿਮਾਗ ਵੀ ਰੋਸ਼ਨ ਚਾਹੀਦਾ ਹੈ। ਭਾਵ ਕਿਸੇ ਮਹਾਂਪੁਰਸ਼ ਦੀ ਗੱਲ ਸਮਝਣ ਲਈ ਉੱਚ ਕੋਟੀ ਦਾ ਦਿਮਾਗ ਚਾਹੀਦਾ ਹੈ, ਤਾਂ ਉਸ ਦੀ ਗੱਲ ਸਮਝ ਪੈਂਦੀ ਹੈ। ਜਦੋਂ ਵਿਵੇਕਾਨੰਦ ਜੀ ਆਪਣੇ ਸਾਥੀਆਂ ਨਾਲ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਨੂੰ ਮਿਲਣ ਗਏ ਤਾਂ ਉਹ ਉਹਨਾਂ ਨੂੰ ਕੁਝ ਖਾਸ ਨਹੀਂ ਲੱਗੇ ਤੇ ਉਹ ਆਪਣੇ ਕਾਲਜ ਆ ਕੇ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਕਿ ਯਾਰ ਤੁਸੀਂ ਮੈਨੂੰ ਕਿਸ ਪਾਗਲ ਕੋਲ ਲੈ ਗਏ ਸੀ, ਅੱਗੇ ਤੋਂ ਮੈਨੂੰ ਉੱਥੇ ਨਹੀਂ ਲੈ ਕੇ ਜਾਣਾ, ਨਾ ਹੀ ਉੱਥੇ ਜਾਣ ਵਾਸਤੇ ਮੈਨੂੰ ਕਹਿਣਾ ਹੈ। ਕੁਝ ਦਿਨਾਂ ਬਾਅਦ ਉਹ ਸਾਰੇ ਵਿਦਿਆਰਥੀ ਫਿਰ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਨੂੰ ਮਿਲਣ ਵਾਸਤੇ ਜਾਣ ਲੱਗੇ ਤਾਂ ਵਿਵੇਕਾਨੰਦ ਜੀ ਆਪਣੇ ਆਪ ਹੀ ਉਹਨਾਂ ਨਾਲ ਤਿਆਰ ਹੋ ਗਏ। ਜਦੋਂ ਸਾਰੇ ਜਣੇ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਕੋਲ ਪਹੁੰਚੇ ਤਾਂ ਉਹਨਾਂ ਨੇ ਵਿਵੇਕਾਨੰਦ ਜੀ ਵੱਲ ਦੇਖ ਕੇ ਪੁੱਛਿਆ ਕਿ ਹਾਂ ਬਈ, ਅੱਜ ਤੂੰ ਫਿਰ ਇਸ ਪਾਗਲ ਨੂੰ ਮਿਲਣ ਵਾਸਤੇ ਆ ਗਿਆ ਹੈ। ਜਦੋਂ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਨੇ ਇੰਨੀ ਗੱਲ ਆਖੀ ਤਾਂ ਵਿਵੇਕਾਨੰਦ ਜੀ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਆਮ ਇਨਸਾਨ ਨਹੀਂ ਹਨ। ਤਾਂ ਸ਼੍ਰੀ ਪਰਮਹੰਸ ਜੀ ਕਹਿਣ ਲੱਗੇ ਕਿ ਤੂੰ ਜਿਸ ਮਾਰਗ ਦੀ ਤਲਾਸ਼ ਵਿੱਚ ਇੱਧਰ ਉੱਧਰ ਫਿਰ ਰਿਹਾ ਹੈ, ਉਹ ਮਾਰਗ ਮੈਂ ਤੈਨੂੰ ਦੱਸ ਸਕਦਾ ਹਾਂ। ਤਾਂ ਸਵਾਮੀ ਵਿਵੇਕਾਨੰਦ ਜੀ ਕਹਿਣ ਲੱਗੇ ਕਿ ਕੀ ਤੁਹਾਨੂੰ ਪਰਮਾਤਮਾ ਦਾ ਗਿਆਨ ਹੈ? ਕੀ ਤੁਸੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਦਰਸ਼ਨ ਕੀਤੇ ਹਨ? ਤਾਂ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਕਹਿਣ ਲੱਗੇ ਕਿ ਹਾਂ, ਅਸੀਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਵਰ ਦਾ ਗਿਆਨ ਪ੍ਰਾਪਤ ਕੀਤਾ ਹੈ ਤੇ ਮੈਂ ਤੈਨੂੰ ਉਸ ਪਰਮੇਸ਼ਵਰ ਦੇ ਦਰਸ਼ਨ ਕਰਾ ਸਕਦਾ ਹਾਂ। ਸੋ ਇਹ ਉਹ ਮਿਹਰ ਸੀ, ਇਹ ਉਹ ਕਿਰਪਾ ਸੀ ਜੋ ਵਿਵੇਕਾਨੰਦ ਜੀ ਨੂੰ ਸ਼੍ਰੀ ਰਾਮ ਕ੍ਰਿਸ਼ਨ ਪਰਮਹੰਸ ਜੀ ਪਾਸੋਂ ਪ੍ਰਾਪਤ ਹੋਈ। ਸੋ ਮਹਾਰਾਜ ਨਾਭ ਕੌਰ ਰਾਜਾ ਸਾਹਿਬ ਇਸ ਤਰ੍ਹਾਂ ਦਾ ਇਸ਼ਾਰਾ ਕਰਦੇ ਹਨ ਕਿ ਭਾਈ ਸਾਨੂੰ ਇੱਕ ਤ੍ਰਿਕਾਲਦਰਸ਼ੀ ਗੁਰੂ ਦੀ ਮਿਹਰ ਸਦਕਾ ਸਹੀ ਰਸਤਾ
ਮਿਲ ਸਕਦਾ ਹੈ ਤੇ ਉਸ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਜਿਸ ਨਾਲ ਅਸੀਂ ਉਸ ਪਰਮੇਸ਼ਰ ਤੱਕ ਪਹੁੰਚ ਸਕਦੇ ਹਾਂ ਅਤੇ ਆਪਣਾ ਜਨਮ ਸਫਲਾ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾ ਬਲੀ ਕਰੋ ਭਲੀ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।